ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਤਿਲੰਗ ਰਾਗ ਦੇ ਵਿੱਚ। ਅੱਜ ਵਿਚਾਰਾਂਗੇ ਮਹੱਲੇ ਪਹਿਲੇ ਦੀ ਬਾਣੀ। ਤਿਲੰਗ ਮਹੱਲਾ ਪਹਿਲਾ, ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਸਦਕਾ ਇੱਕ ਓੰਕਾਰ ਜੋ ਨਿਰੰਕਾਰ ਵਾਹਿਗੁਰੂ ਰਾਮ ਅੱਲਾ, ਉਸ ਦਾ ਮਿਲਾਪ, ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ ਸਤਿਗੁਰ ਦੀ ਕਿਰਪਾ ਸਦਕਾ। ਰਹੋ ਪੰਕਤੀਆਂ ਨੇ। ਰਾਇਸਾ प्यारे का रायसा, जित सदा सुख होई। कि उस प्यारे परमेश्वर दा जो मिलाप दा आनंद है, वही असली आनंद है। वो ऐसा आनंद है, ऐसा प्रभु दे मिलाप दा आनंद है कि सदा ही सुख प्राप्त होता है। मन सदा ही आनंद दे विच रहिंदा है, क्योंकि उत्थे दुख नहीं है। उस घर दे विच जिथे प्रभु वसदा है। चौथा पद जिसनूं आपां कहंदे हैं, चौथे पद दे विच सदा सुख ही सुख है, आनंद ही आनंद है। पर जदों कदों ये प्राप्त होंदा है, जदों उसनूं जान लैंदे हां, जदों उसनूं देख लैंदे हां, फिर वही असली आनंद है। ये रहो पंक्तियां ने। हुण समझाउंदे ने, जिन किया तिन देखिया, क्या कहिए रे भाई। भी जिन्हें इस सृष्टि नूं साजिया है, पैदा किया है, उसनूं असीं जाणिया, उसनूं देखिया, उसदे दर्शन कीते हन। पर उहदे बारे कहिए की, क्योंकि कहण दे विच नहीं आउंदा। सिर्फ उसदे आनंद नूं ही माणिया जांदा है, कहण दे विच नहीं है। जिवें बाबा कबीर जी भी समझाउंदे ने, कहबे को शोभा नहीं, देखा ही परवान। बिस्मन बिस्म पए बिस्माद, जिन बुझिया तिस आया स्वाद। जिन्हें बुझ लिया, जिन्हें देख लिया, जिसने जान लिया, वही उस दे आनंद नूं माणदा है, कहण दे विच नहीं है। इस करके कहंदे, क्या कहिए रे भाई, क्या कहिए उहदे बारे, कहण दे विच नहीं है। देख तां लिया, दर्शन तां कर ले, पर कहण दे विच नहीं है। आपे जाना करे आप, जिन बाड़ी है लाई। क्यों तो आप किरपा करता है जिन्हां नूं, उन्हां नूं आप मिला लैंदा है, आप अजना देंदा है। जिहड़ा उस नूं प्रेम करता है, जिस दे अंदर उस दर्शनां दी लोचा है प्रभु दे, उस नूं आप ही मिला लैंदा, क्योंकि अपने मिलिया नहीं मिलदा। जिसने सृष्टि नूं साजिया है, जिसने ये पैदा किया, जिसने ये संसार रूपी बाड़ी लाई है, वो आप ही जानदा है ते आप ही अपने नाल मिला लैंदा है। जिहड़े उस नूं जान लैंदे ने, जिन्हां नूं मिला लैंदा है, उस दा फिर जिहड़ा आनंद है, उस वर्गा कोई दूजा आनंद नहीं है। जिन रंग कंत न राविया, सा पछोरे ताणी। हुण ऐसा परमेश्वर
ਜਿਸ ਤੋਂ ਸਦੀਵੀ ਆਨੰਦ ਪ੍ਰਾਪਤ ਹੁੰਦਾ ਹੈ, ਜਿਸ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਸਿਰਜਣਹਾਰ ਹੈ, ਜੇ ਅਸੀਂ ਉਸਦੇ ਕੰਤ ਨੂੰ ਰਾਵਿਆ ਨਾ, ਜੋ ਉਸਦੇ ਰੰਗ ਨੂੰ ਕੰਤ, ਪਰਮੇਸ਼ਰ ਨੂੰ ਕੰਤ ਕਿਹਾ ਹੈ ਕਿ ਉਹਦੇ ਰੰਗ ਨੂੰ ਜੇ ਅਸੀਂ ਰਾਵਿਆ ਨਾ, ਜਿਨ ਰੰਗ ਕੰਤ ਨਾ ਰਾਵਿਆ, ਸਾ ਪਛੋਰੇ ਤਾਣੀ, ਫਿਰ ਪਛਤਾਉਣਾ ਪਏਗਾ ਉਹਨਾਂ ਨੂੰ। ਕਿਉਂ ਕਦੋਂ ਪਛਤਾਉਣਾ ਪਏਗਾ? ਹਾਥ ਪਛੋੜੈ ਸਿਰ ਧੁਣੈ ਜਬ ਰੈਣ ਬਿਹਾਣੀ। ਕਿਉਂਕਿ ਜਦ ਆ ਜੀਵਨ ਜਿਹੜਾ ਪ੍ਰਭੂ ਦੇ ਰੰਗ ਨੂੰ ਮਾਣਨ ਦੇ ਵਾਸਤੇ ਮਿਲਿਆ ਸੀ, ਜੋ ਕਿ ਸਾਡੇ ਸਾਰਿਆਂ 'ਚ ਵਸਦਾ ਹੀ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ ਤਿਲੰਗ ਬਾਣੀ ਦੇ ਵਿੱਚ ਹੀ ਵਿਚਾਰ ਕੇ ਆਏ ਹਾਂ। ਇਹ ਆਨੜੀਏ ਮਾਨੜਾ ਕਾਹੇ ਕਰੇ, ਆਪ ਨੜੈ ਕਰ ਹਰ ਰੰਗੋਂ ਕੀ ਨਾ ਮਾਣੇ। ਕਾਹਦਾ ਮਨ ਕਰਦੀ? ਤੇਰੇ ਆਪਣੇ ਘਰ 'ਚ ਪ੍ਰਭੂ ਦਾ ਵਾਸਾ ਹੈ, ਤੂੰ ਉਸਦੇ ਰੰਗ ਨੂੰ ਨਹੀਂ ਮਾਣਦੀ। ਇਸ ਕਰਕੇ ਸਮਝਾਉਂਦੇ ਨੇ ਵੀ ਉਹਨਾਂ ਨੂੰ ਫਿਰ ਪਛਤਾਉਣਾ ਪੈਣਾ ਹੈ। ਕਦੋਂ? ਜਦੋਂ ਇਹ ਜੀਵ ਰੂਪੀ ਰਾਤ ਬੀਤ ਜਾਏਗੀ ਤੇ ਜਮ ਪਕੜ ਕੇ ਲੈ ਜਾਣਗੇ। ਹਾਥ ਪਛੋੜੈ ਸਿਰ ਧੁਣੈ ਜਬ ਰਹਿਣ ਬਿਹਾਣੀ। ਜਦੋਂ ਫਿਰ ਜਮ ਆ ਕੇ ਪਕੜ ਲੈਣਗੇ, ਜਿਵੇਂ ਬੰਦੇ ਨੂੰ ਪਕੜ ਕੇ ਪਿੱਛੇ ਹੱਥ ਵੱਲ ਲੈਂਦੇ, ਏਦਾਂ ਜਮਾਂ ਨੇ ਸਾਡੇ ਮਨ ਨੂੰ ਪਕੜ ਲੈਣਾ ਹੈ। ਸਿਰ 'ਚ ਡੰਡਾ ਮਾਰਦੇ ਨੇ, ਉਠਾਉਂਦੇ ਨੇ, ਜੀਵ ਰੂਪੀ ਰਾਤ ਬੀਤ ਜਾਂਦੀ ਹੈ, ਫਿਰ ਪਛਤਾਉਣਾ ਪੈਂਦਾ ਹੈ। ਪਛੋਤਾਵਾ ਨਾ ਮਿਲੇ ਜਬ ਚੂਕੇਗੀ ਸਾਰੀ। ਕਿਉਂਕਿ ਤਾਂ ਮੌਕਾ ਮਿਲਿਆ ਸੀ, ਇੱਕ ਵਾਰੀ ਮਿਲੀ ਸੀ, ਉਹ ਤਾਂ ਏਦਾਂ ਹੀ ਲੰਘ ਗਈ। ਉਸ ਮੌਕੇ ਨੂੰ ਆਪਾਂ ਸੰਭਾਲਿਆ ਨਾ ਤੇ ਫਿਰ ਜਾ ਅੰਤ ਸਮੇਂ ਪਛਤਾਵਾਂਗੇ, ਫਿਰ ਕੁਛ ਨਹੀਂ ਬਣਨਾ। ਕਿਉਂਕਿ ਫਿਰ ਪਛਤਾਉਣ ਦੇ ਨਾਲ ਪ੍ਰਭੂ ਦਾ ਮਿਲਾਪ ਨਹੀਂ ਹੋਣਾ। ਸਰੀਰ ਦੇ ਰਹਿੰਦੇ ਰਹਿੰਦੇ ਹੀ ਉਸ ਪ੍ਰਭੂ ਦੇ ਰੰਗ ਨੂੰ ਮਾਣਨਾ ਸੀ। ਤਾਂ ਫਿਰ ਪਿਆਰਾ ਰਾਵੀ ਹੈ ਜਬ ਆਵੇਗੀ ਬਾਰੀ। ਕਹਿੰਦੇ ਫਿਰ ਤਾਂ ਜਦੋਂ ਕਿਤੇ ਫਿਰ ਮੌਕਾ ਮਿਲੇਗਾ ਸਾਨੂੰ, ਪਤਾ ਨਹੀਂ ਕਦੋਂ ਮਿਲੇਗਾ, ਕਿਉਂਕਿ ਕਲਯੁਗ ਹੈ। ਕਲਯੁਗ ਦੇ ਵਿੱਚ ਪ੍ਰਭੂ ਮਿਲਾਪ ਬੜਾ ਸੌਖਾ ਹੈ, ਲੇਕਿਨ ਅਗਲੀ ਵਾਰੀ ਜਦੋਂ ਮੌਕਾ ਮਿਲੇਗਾ ਪਤਾ ਨਹੀਂ ਕਿਹੋ ਜਿਹਾ ਯੁੱਗ ਹੋਏਗਾ। ਇਸ ਕਰਕੇ ਫਿਰ ਤਾਂ ਆਪਾਂ ਉਦੋਂ ਰੱਬ ਸਕਾਂਗੇ ਜਦੋਂ ਸਾਨੂੰ ਵਾਰੀ ਮਿਲੇਗੀ। ਪਰ ਵਾਰੀ ਮਿਲੇਗੀ ਜਦੋਂ ਕੋਈ ਪਤਾ ਨਹੀਂ ਕਿਹੋ ਜਿਹਾ ਸਮਾਂ ਹੋਏਗਾ। ਹੁਣ ਮਿਲੀ ਹੈ, ਹੁਣ ਮਨੁੱਖਾਂ ਦੀ ਮਿਲੀ ਹੈ, ਹੁਣ ਵਾਰੀ ਮਿਲੀ ਹੈ। ਇਸ ਕਰਕੇ ਹੁਣ ਸਾਨੂੰ ਉਸ ਪ੍ਰਭੂ ਦੇ ਰੰਗ ਨੂੰ ਮੰਨਣਾ ਚਾਹੀਦਾ ਹੈ। ਕੰਤ ਲੀਆ ਸੁਹਾਗਣੀ ਮੈਂ ਤੇ ਵੱਧ ਵੀ ਇਹ। ਹੁਣ ਇੱਥੇ ਸਮਝਾਉਂਦਾ ਜੀਵ ਨੇ ਨਹੀਂ ਜਾਣਿਆ। ਕਹਿੰਦੇ ਜਿਹੜੀਆਂ ਸੁਹਾਗਣਾਂ ਨੇ ਉਹਨਾਂ ਤਾਂ ਕੰਤ ਨੂੰ ਪਾ ਲਿਆ, ਉਹਨਾਂ ਦਾ ਤਾਂ ਮਿਲਾਪ ਹੋ ਗਿਆ, ਪਰ ਮੇਰਾ ਤਾਂ ਵਿਛੋੜਾ ਹਾਲ ਹੈ। ਮੈਂ ਤਾਂ ਇਸ ਅਵਸਥਾ 'ਚ ਗਈ ਨਹੀਂ ਹਾਂ, ਮੈਂ ਤਾਂ ਜਾਣਿਆ ਨਹੀਂ ਪ੍ਰਭੂ ਨੂੰ। ਸੇ ਗੁਣ ਮੁਝੇ ਨਾ ਬਣੀ ਕਹਿ ਜੀ ਦੋਸ਼ ਧਰੇ। ਕਹਿੰਦੇ ਜਿਸ ਗੁਣ ਨੂੰ ਧਾਰਨ ਕਰਕੇ ਸੁਹਾਗਣਾਂ ਨੇ ਉਸ ਪ੍ਰਭੂ ਨੂੰ ਪਾਇਆ ਹੈ, ਮੈਂ ਉਸ ਗੁਣ ਨੂੰ ਪ੍ਰਾਪਤ ਨਹੀਂ ਕੀਤਾ, ਮੈਂ ਗਿਆਨ ਨਹੀਂ ਲਿਆ। ਮੈਂ ਸੁਹਾਗਣਾਂ ਤੋਂ ਪੁੱਛਿਆ ਨਹੀਂ ਕਿ ਤੁਸੀਂ ਕਿਵੇਂ ਪ੍ਰਭੂ ਨੂੰ ਪਾਇਆ ਹੈ, ਕਿਉਂਕਿ ਸਾਨੂੰ ਸਮਝਾਇਆ ਹੈ ਸਤਿਗੁਰਾਂ ਨੇ ਕਿ ਜਾ ਕੇ ਪੁੱਛਣਾ ਹੈ। ਜਾਏ ਪੁੱਛੋ ਸੁਹਾਗਣੀ ਵਾਹ ਹੈ, ਕਿੰਨੀ ਬਾਤੀ ਸੋ ਪਾਈ ਹੈ, ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਵੀ ਜੋ ਕਹਿਣਗੇ ਉਹਨੂੰ ਭਲਾ ਕਰਕੇ ਮੰਨਣਾ, ਆਪਣੀ ਮਤ ਛੱਡਣੀ ਹੈ। ਸੁਹਾਗਣੀਆਂ ਕੋਲੋਂ ਜਾ ਕੇ ਪੁੱਛਣਾ ਹੈ ਕਿਵੇਂ ਪ੍ਰਭੂ ਨੂੰ ਪਾਇਆ ਹੈ। ਜੇ ਇੱਕ ਸ਼ਬਦ ਹੋਰ ਆਉਂਦਾ ਹੈ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਕਹਿੰਦੇ ਜਾ ਕੇ ਸੁਹਾਗਣਾਂ ਨੂੰ ਪੁੱਛੋ ਕਿਹੜੇ ਗੁਣਾਂ ਨਾਲ ਤੁਸੀਂ ਪ੍ਰਭੂ ਨੂੰ ਰਾਵਿਆ ਹੈ। ਤੇ ਅੱਗੋਂ ਜਿਹੜੀਆਂ ਸੁਹਾਗਣਾਂ ਹੋਣਗੀਆਂ ਉਹਨਾਂ ਦਾ ਵੀ ਦੱਸਿਆ ਵੀ ਉਹ ਕਿਵੇਂ ਜਵਾਬ ਦੇਣਗੀਆਂ। ਕਹਿੰਦੇ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਹੜੀ ਗੁਣੀ। ਤੇ ਉਹ ਸ਼ਿੰਗਾਰੀਆਂ ਹੁੰਦੀਆਂ ਨੇ ਸਹਿਜ ਦੇ ਵਿੱਚ,
गुर के शब्द नानक सहज शिगारिया मिठा बोलनी। कहते उन्हां दा शिगार किया है सहज, प्यार दे विच मिठा बोलदियां ने। की दसदियां ने पिर रसालू तां मिलै जब गुर का शब्द सुनी। जे तू गुर का शब्द सुनूंगी, गुर दे शब्द का ज्ञान लऊंगी, फिर ही प्यारा वो पिर रसालू मिलता है। सहज पाए शिगारियां मिठा बोलनी। कहते वो सहज दे विच और पाउंदियां ने चौथे पद विच उन्हां दा शिगार कीता, वो मिठा बोलदियां ने। वो सानू दसदियां ने भी प्यारे नू किवें मिलना है जे फिर तुसी गुर दा शब्द सुनोगे। इदा सानू इत्थे भी समझाया है कि जय पुछो सुहागणी वाहे किन्ने बाती सो पईए, जो किश करे सो भला कर मानिए, हिकमत हुक्म चुकाइए। अपनी मत छड्ड दो, जो कहणगियां उन्हूं भला करके मनना है। जाके प्रेम पदार्थ पाइए तो चरनी चित लाइए, सो कहे सो कीजिए तनो मनो दीजिए, ऐसा परमल लाइए। भी ऐसा तुसी ये परमल, ऐसी सुगंधी, ऐसा ज्ञान लाउणा है, जो कहणगे उन्हूं भला करके मनना है। अपनी मत छड्ड के फिर जाके उस प्रभु नूं पा सकते हाँ। लेकिन इत्थे सानूं दस्सिया भी वो गुण मेरा लए नहीं, इस करके मैं किहनूं दोष देवां। से गुण मुझे न अपनी कै जी दोष धरे। किहनूं दोष देवां? कहंदे दोष तो मेरा है, मैं वो गुण नहीं प्राप्त कीते। जिन्नी सखी सोहराविया तिन पूछूंगी जाए। कहंदे फिर की करूं? जिन्हां सखियां ने प्रभु नूं राविया है, मैं भी जाके उन्हां नूं पूछूंगी। तिन पूछूंगी जाए, पाए लगूं बेनती करूं, लेऊंगी पंथ बताए। कहंदे मैं किवें मिलूंगी उन्हां नूं, किवें पूछूंगी? जिवें किसी दे चरने लगदे, पाए लगदे, बेनती करूंगी उन्हां दे कोल, ते उन्हां नूं मिहनतां करके उन्हां तो वो मार्ग मैं पुछ लऊंगी। मैनूं मार्ग दस देणगियां ओह भी किहड़ा मार्ग है प्रभु नूं मिलण दा, किहड़े गुण ने, वो मैं पुछ लऊंगी। हुक्म पछाणे नानका पौ चंदन लावे। हुण फिर दस दे गुण की है। हुक्म, हुक्म नूं पहचानना है सब तो पहला हुक्म, क्योंकि आपां सिर्फ हुक्म दी पहचान नहीं होई, सानू हुक्म नूं मन्निया नहीं। जे पहचान होगी फिर किजे भी ने मन्निया नहीं, फिर मिलाप नहीं हुंदा। हुण महाराज समझाउंदे ने कि अपने ते आपां दूर क्यों हाँ, साडे सामने परमेश्वर है। सबना का सौ एक है, साध ही रहे हजूर, नानक हुक्म न मननी मनई कर ही आदर दूर। जे हुक्म नहीं मनते तो घर दे अंदर ही दूर है। इस करके जे हुक्म नूं पहचान लिया, हुक्म पछाणे नानका पौ चंदन लावे। एक तां कहंदे हुक्म नूं पहचानना है, वो ज्ञान लेना, हुक्म नूं बुझना है, ते दूजा है भौ दा डर पैदा, चंदन लाउणा है, शिगार करना है। चंदन किहड़ा लाउणा है? प्रभु दे पैदा। गुण कामन, कामन करे। जिहड़ी कामन, कामन कह रहे, कामन है, कामन इस्त्री नूं कहंदे। एक कामन हुंदी जिहड़ी सुहागण है, ते एक कामन जिहड़ी हले दुहागण है। हुण कहंदे दो इत्थे कामन दो बारी आया है। एक कामन आया है जिसने पिछे सिहारी है, एक है जिसनूं सिहारी नहीं है। इत्थे समझाया भी जिसने प्रभु नूं पा लिया है, वो दूजी कामन नूं गुण दसेगी, दसेगी होई जो मिली है। गुण कामन कामन करे। कहंदे जिसने पा लिया उस दे ओही गुणां नूं दूजी इस्त्री करे तो प्यारे को पावे, ताही उस प्यारे नूं पा सकती है। जे सुहागण नूं पुछोगी, जे सुहागण नूं पुछ के सुहागण वाले कर्म करेगी, फिर उस प्रभु नूं पा सकती, फिर वो भी सुहागण हो सकती है।
ਜੇ ਪੁੱਛ ਤਾਂ ਲਵਾਂਗੇ ਸੁਹਾਗਣ ਤੋਂ ਤੇ ਕਰਮ ਨਹੀਂ ਕਰਾਂਗੇ ਸੁਹਾਗਣ ਵਾਲੇ, ਫਿਰ ਕਿਵੇਂ ਪਾਉਂਗੇ? ਇਸ ਕਰਕੇ ਸਮਝਾਇਆ ਹੈ ਵੀ ਉਹੀ ਗੁਣ ਫਿਰ ਕਾਮਨਾ, ਜਿਹੜੀ ਕਾਮਨ ਨੇ ਪਾ ਲਿਆ ਪ੍ਰਭੂ ਨੂੰ, ਉਹੀ ਦੂਜੀ ਕਾਮਨ ਕਰੇਗੀ, ਪਿਆਰੇ ਨੂੰ ਪਾ ਸਕਦੀ। ਹੁਕਮ ਪੁੱਛੂਗੀ, ਫਿਰ ਭੈ ਦਾ ਚੰਦਨ ਲਾਊਗੀ, ਡਰਦਾ ਅਦਬ, ਫਿਰ ਇਹ ਗੁਣ ਕਰਕੇ ਪ੍ਰਭੂ ਨੂੰ ਪਾ ਸਕਦੀ ਹੈ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਆ ਰੇ ਸੋਈ। ਕਹਿੰਦੇ ਜਿਹੜਾ ਗੱਲਾਂ ਦੇ ਨਾਲ ਨਹੀਂ, ਜਿਹੜਾ ਮਨ ਕਰਕੇ ਦਿਲ ਕਰਕੇ ਮਿਲ ਗਿਆ ਹੈ ਪ੍ਰਭੂ ਨੂੰ, ਜਿਹੜਾ ਉਸ ਦੇ ਵਿੱਚ ਇੱਕਮਿਕ ਹੋ ਗਿਆ, ਜਿਸ ਨੇ ਉਸ ਦੇ ਦਰਸ਼ਨ ਕਰ ਲਏ ਨੇ, ਜਿਸ ਨੇ ਉਸ ਨੂੰ ਸਾਰੇ ਪਾਸੇ ਦੇਖ ਲਿਆ ਹੈ, ਉਹ ਮਿਲਿਆ ਹੈ। ਉਹੀ ਫਿਰ ਸਾਨੂੰ ਦੱਸ ਸਕਦਾ ਕਿਵੇਂ ਮਿਲਣਾ ਹੈ। ਉਹ ਸਾਨੂੰ ਵੀ ਕਹਿ ਸਕਦਾ, ਸਾਨੂੰ ਵੀ ਸਮਝਾ ਸਕਦਾ, ਸਾਨੂੰ ਵੀ ਮਾਰਗ ਦੱਸ ਸਕਦਾ ਹੈ। ਜੇ ਬਹੁਤ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ। ਕਹਿੰਦੇ ਜੇ ਬਹੁਤ ਜ਼ਿਆਦਾ ਆਪਾਂ ਮਿਲਣਾ ਤਾਂ ਚਾਹੁੰਦੇ ਹਾਂ, ਪਰ ਸਿਰਫ ਬਾਤਾਂ ਦੇ ਨਾਲ ਹੀ ਮਿਲਣਾ ਚਾਹੁੰਦੇ, ਬਾਤਾਂ ਦੇ ਨਾਲ, ਸਿਰਫ ਗੱਲਾਂ ਦੇ ਨਾਲ ਮੇਲ ਨਹੀਂ ਹੁੰਦਾ। ਜੋ ਮਿਲਿਆ ਹੈ ਉਹ ਸਾਨੂੰ ਗੁਣ ਦੱਸੇਗਾ, ਉਹ ਸਾਨੂੰ ਤਰੀਕਾ ਦੱਸੇਗਾ ਕਿ ਪ੍ਰਭੂ ਨੂੰ ਕਿਹੜੇ ਗੁਣ ਪਾਉਂਦੇ ਨੇ, ਕੀ ਕਰੀਏ ਕਿ ਅਸੀਂ ਉਸ ਪਿਆਰੇ ਨੂੰ ਪਾ ਸਕਦੇ ਹਾਂ। ਜੇ ਸਿਰਫ ਗੱਲਾਂ ਸੁਣ ਲੀਆਂ ਤੇ ਸੁਣ ਕੇ ਇੰਨੀ ਗੱਲਾਂ ਕਰ ਲਈਆਂ, ਅੱਗੇ ਇੱਥੇ ਤੱਕ ਪ੍ਰਭੂ ਨਹੀਂ ਪਾਇਆ ਜਾਂਦਾ, ਕਿਉਂਕਿ ਪ੍ਰਭੂ ਪ੍ਰੇਮ ਦੇ ਨਾਲ ਪਾਇਆ ਜਾਂਦਾ ਹੈ। ਜਾ ਕੇ ਪ੍ਰੇਮ ਪਦਾਰਥ ਪਾਈਏ ਤੋ ਚਰਨੀ ਚਿਤ ਲਾਈਏ, ਕਿਉਂਕਿ ਪ੍ਰੇਮ ਹੈ, ਪ੍ਰੇਮ ਦਾ ਮਾਰਗ ਹੈ। ਪ੍ਰੇਮ ਕਦੋਂ ਤੱਕ ਨਹੀਂ ਪੈਂਦਾ? ਜਦ ਤੱਕ ਸਾਡੇ ਅੰਦਰ ਭੈ ਨਹੀਂ। ਭੈ ਬਿਨ ਭਉ ਨਾ ਉਪਜੈ। ਜਦ ਤੱਕ ਭੈ ਨਹੀਂ, ਪਿਆਰ ਨਹੀਂ ਪੈਦਾ ਹੋਏਗਾ। ਭਉ ਬਿਨ ਭਗਤ ਨਾ ਹੋਏ। ਜਦ ਤੱਕ ਪਿਆਰ ਨਹੀਂ, ਪ੍ਰੇਮ ਨਹੀਂ, ਭਗਤੀ ਨਹੀਂ ਹੈ ਪ੍ਰਭੂ ਦੀ। ਇਸ ਕਰਕੇ ਸਮਝਾਉਂਦੇ ਨੇ ਕਿ ਸਿਰਫ ਗੱਲਾਂ ਦੇ ਨਾਲ ਨਹੀਂ, ਧਾਤ ਮਿਲੈ ਫੁਨ ਧਾਤ ਕੋ ਲਿਵ ਲਿਵੈ ਕੋ ਤਾਵੈ। ਹੁਣ ਦੋ ਤਰ੍ਹਾਂ ਦੇ ਜੀਵ ਨੇ। ਇੱਕ ਨੇ ਜਿਹੜੇ ਧਾਤ ਦੇ ਮਾਰਗ ਤੇ ਚੱਲਦੇ ਨੇ, ਉਹ ਸਿਰਫ ਗੱਲਾਂ ਸੁਣਾਉਂਦੇ ਨੇ, ਕਥਾ ਕਹਾਣੀਆਂ ਸੁਣਾਉਂਦੇ ਨੇ, ਉਹਨਾਂ ਨੂੰ ਲਿਵ ਦੇ ਮਾਰਗ ਦਾ ਨਹੀਂ ਪਤਾ। ਜੇ ਧਾਤ ਦੇ ਰਸਤੇ ਵਾਲੇ ਕੋਲ ਆਪਾਂ ਜੀਵਾਂ ਕੋਲ ਜਾਵਾਂਗੇ, ਉਹ ਸਾਨੂੰ ਧਾਤ ਦੇ ਰਸਤੇ ਤੋਰਨਗੇ, ਕਿਉਂਕਿ ਆਪ ਧਾਤ ਦੇ ਰਸਤੇ ਚੱਲਦੇ ਨੇ। ਧਾਤ ਦਾ ਰਸਤਾ ਕੀ ਹੈ? ਤ੍ਰੈ ਗੁਣ। ਪੈਸਾ ਲੈ ਲਿਆ, ਸੰਸਾਰੀ ਗੱਲਾਂ ਤ੍ਰੈ ਗੁਣੀ ਸੁਣਾ ਦਿੱਤੀਆਂ, ਇਹ ਧਾਤ ਦਾ ਮਾਰਗ ਹੈ। ਤੇ ਜਿਹੜਾ ਲਿਵ ਦੇ ਮਾਰਗ ਤੇ ਚੱਲਣ ਵਾਲਾ ਹੈ, ਉਹ ਸਾਨੂੰ ਕਿਵੇਂ ਲਿਵ ਜੋੜਨੀ ਪਰਮੇਸ਼ਰ ਦੇ ਨਾਲ, ਉਹ ਸਾਨੂੰ ਲਿਵ ਦਾ ਮਾਰਗ ਦੱਸੇਗਾ। ਹੁਣ ਜਿਹੇ ਜੀਵ ਦੇ ਕੋਲ ਜਾਵਾਂਗੇ ਉਹ ਜਿਹਾ ਹੋਏਗਾ। ਜੇ ਧਾਤ ਮਾਰਗ ਦੇ ਮਾਰਗ ਤੇ ਚੱਲਣ ਵਾਲੇ ਜੀਵ ਦੇ ਕੋਲ ਜਾਵਾਂਗੇ, ਉਹ ਸਾਨੂੰ ਧਾਤ ਦੇ ਮਾਰਗ ਤੇ ਚਲਾਏਗਾ, ਉਹ ਸਾਨੂੰ ਤ੍ਰੈ ਗੁਣਾਂ ਤੱਕ ਸੀਮਤ ਰੱਖੇਗਾ। ਜੇ ਨਾਮ ਵੀ ਦੱਸੇਗਾ, ਉਹ ਵੀ ਅੱਖਰਾਂ ਦੇ ਵਿੱਚ ਦੱਸੇਗਾ। ਜਿਹੜਾ ਲਿਵ ਦੇ ਮਾਰਗ ਤੇ ਚੱਲਦਾ ਹੈ, ਉਹ ਸਾਨੂੰ ਲਿਵ ਦੇ ਰਾਸਤੇ ਤੇ ਚੱਲਣਾ ਸਿਖਾਏਗਾ ਕਿ ਲਿਵ ਕਿਵੇਂ ਜੋੜਨੀ ਹੈ, ਕਿਵੇਂ ਨਦਰਾਂ ਦੇ ਨਾਲ ਆਪਾਂ ਭਗਤੀ ਕਰਨੀ ਹੈ, ਕਿਵੇਂ ਜੋਤ ਨੂੰ ਜੋਤ ਦੇ ਵਿੱਚ ਮਿਲਾਉਣਾ ਹੈ। ਧਾਤ ਮਿਲੈ ਫੁਨ ਧਾਤ ਕੋ ਲਿਵ ਲਿਵੈ ਕੋ ਤਾਵੈ। ਕਹਿੰਦੇ ਲਿਵ ਵਾਲਾ ਲਿਵੇ ਨੂੰ ਲੈ ਕੇ ਜਾਏਗਾ, ਧਾਤ ਵਾਲਾ ਧਾਤ ਵਾਲੇ ਮਾਰਗ ਤੇ ਲੈ ਕੇ ਜਾਏਗਾ। ਗੁਰ ਪ੍ਰਸਾਦੀ ਜਾਣੀਐ ਤੋ ਅਨਭਉ ਪਾਵੈ। ਜਿਹੜੇ ਜੀਵ ਲਿਵ ਦੇ ਰਸਤੇ ਚੱਲਦੇ ਨੇ, ਉਹ ਸਾਨੂੰ ਜੁਗਤ ਦੱਸਣਗੇ, ਗੁਰ ਦੀ ਗਿਆਨ ਦੱਸਣਗੇ। ਫਿਰ ਆਪਾਂ ਗੁਰ ਨੂੰ ਕਮਾ ਕੇ ਉਸ ਪ੍ਰਭੂ ਨੂੰ ਜਾਣ ਸਕਦੇ ਹਾਂ, ਦਰਸ਼ਨ ਕਰ ਸਕਦੇ ਕਿਸ ਦੇ? ਜੋ ਅਨਭਵੀ ਪ੍ਰਕਾਸ਼ ਹੈ। ਤੋ ਅਨਭਉ ਪਾਵੇ। ਉਸ ਅਨਭਵ ਪ੍ਰਕਾਸ਼ ਨੂੰ ਆਪਾਂ ਪ੍ਰਾਪਤ ਕਰ ਸਕਦੇ ਹਾਂ ਜੇ ਆਪਾਂ ਗੁਰ ਦਾ ਗਿਆਨ ਨੇਤਰਾਂ ਦੇ ਵਿੱਚ ਪਾ ਕੇ ਜੋਤ ਨੂੰ ਜੋਤ ਦੇ ਵਿੱਚ ਮਿਲਾਉਣ ਦਾ ਗਿਆਨ ਲੈ ਲਵਾਂਗੇ। ਫਿਰ ਜਾ ਕੇ ਆਪਾਂ ਅਨੁਭਵ ਕਰ ਸਕਦੇ ਹਾਂ, ਉਸ ਨੂੰ ਪਾ ਸਕਦੇ, ਉਸ ਦੇ ਦਰਸ਼ਨ ਕਰ ਸਕਦੇ, ਉਸ ਨੂੰ ਦੇਖ ਸਕਦੇ ਹਾਂ ਜਿਸ ਨੇ ਇਸ ਸ੍ਰਿਸ਼ਟੀ ਨੂੰ
साझ है, जो कि अनुभव प्रकाश है। ना उसका कोई रूप है, ना उसका कोई रेख है, ना उसका कोई रंग है, ना उसका कोई चक्र है, ना चिन्ह है, ना वर्ण है, ना जात है, ना पात है। अनुभव प्रकाश है, उसनों आपां पा सकते हैं। पाना बाड़ी होए कर खर सार ना जाने। खुशबूआं सुगंधियां घर दे विच ही ਇਹ ਫੁਲਵਾੜੀ ਲੱਗੀ ਹੋਵੇ, ਬਾੜੀ ਲਾਈ ਹੋਵੇ ਤੇ ਖਰਾ ਕਹਿ ਦਿੰਦੇ ਨੇ ਖੋਤੇ ਨੂੰ। ਖੋਤੇ ਨੂੰ ਉਸ ਸੁਗੰਧੀਆਂ ਤੋਂ ਕੀ ਹੈ, ਕਿਉਂਕਿ ਉਸ ਨੂੰ ਸੁਗੰਧੀਆਂ ਦੀ ਕੋਈ ਸਾਰੀ ਨਹੀਂ ਹੈ। ਏਦਾਂ ਹੀ ਸਾਡੇ ਘਰ 'ਚ ਹੀ ਪਰਮੇਸ਼ਰ ਹੈ, ਪਰ ਜਦ ਤੱਕ ਅਸੀਂ खोते दी न्यायी साडी सोच है, उन्नी देर असी प्रभु नहीं पा सकते। इत्थे तक भी महाराज ने कहा है कि जे गधे नूं आपां चंदन भी ला भी दईए, वो चंदन नहीं रख सकेगा अपने ते, क्योंकि उसकी प्रीत ही भस्म दे नाल है। चंदन नूं उतार देगा ते भस्म दे विच वो खुश होएगा लिट के। इस करके वो सार नहीं जानता, उसनूं सारी नहीं है चंदन दी, उसनूं सारी नहीं है सुगंधियां दी। घर च ही परमेश्वर वसदा, लेकिन जीव नूं सार नहीं उसदी, क्योंकि वो खोते दी नहीं है। चंदन लेप उतार तोए भस्म है, भस्म संग, भस्म संग प्रीत करे, भस्म दे नाल प्रेम पाउंदा है। गर्तव प्रीत भस्म संग होए, चंदन लेप उतारे तोए गर्तव प्रीत भस्म संग होए। कहंदे गधे नूं प्रीत भस्म दे नाल चंदन दे लेप नूं उतार देंदा है। सो इस करके समझाया है, रसिया होवे मुस्क का तब फूल पछाणे। हाँ, जिसनूं रस जाणिया होवे, जिवें पौरा है, पौरा फुल दे रस नूं माणदा है, उसनूं फिर फुल दी पहचान होएगी। खोते नूं की पहचान होगी? खोते नूं कोई पा ही नहीं है उस दे नाल, खुशबू दे नाल, रस दे नाल। उसनूं तां सिर्फ मिट्टी नाल प्यार है। हाँ, जे पौरा होएगा वो फिर फुल दी पहचान करेगा। रसिया होवे मुस्का तब फूल पछाणे। ऐदां ही जे प्रभु दे उस रस नूं माणन दा जिस दे अंदर इच्छा होएगी, वही उस प्रभु दे रंग नूं मान सकदा है, दूजा नहीं मान सकदा। उस दे रस नूं मान सकदा, जो प्यारे दा रायसा है। रायसा प्यारे का रायसा, जेत सदा सुख होई, उस दे रस नूं वही मान सकदा है। आप्यो पीवै जो नानका परम परम समावै। कहंदे जेड़ा उस रस नूं पी जांदा है, उस परमेश्वर दे रस नूं मान लैंदा है, अमृत नूं पी लैंदा है, उसदा जेड़ा परम है खत्म हो जांदा, क्योंकि उस प्रभु दे विच समा जांदा। जिसने जान लिया उहदे समा गया ते उसदा परम खत्म हो जांदा है। सहजे सहजे मिल रहे अमरा पद पावे। सहज आम जिहड़ा आपां शब्द वरतदे हां सहज, भी हौली 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 सहज। सहज नूं आपां बहुत ही एक हल्का जिहा शब्द लैंदे हां, लेकिन सहज ही सृष्टि नूं सिरजनहार है, क्योंकि सहज तो आपां पैदा होए हां। इस करके सहज चौथे पद नूं कहा है। उस प्यारे परमेश्वर नूं चौथे पद विच सहज है।
त्रै गुणां दे विच जिहड़ा दृष्टमान है सहज है चौथा पद जिथों आपां सारे पैदा होए हाँ। जिन्हों महाराज समझाउंदे ने सस्से सब जग सहज उपाया तीन भवन एक ज्योति। आपां सारे सहज तो पैदा होए हाँ। त्रै भवनां दा साडा शरीर है, इस दे अंदर जोत रखी परमेश्वर ने। ये सारा कित्थों पैदा होया? सहज तो। इत्थे पहला सहज ही सी, चौथा पद ही सी, अनुभवी प्रकाश ही सी, वही चौथा पद है, वही सहज है। पर वो सहज कर्म नाल नहीं प्रगट होंदा, गुर दे ज्ञान द्वारा प्रगट उपजदा है। कर्मी सहज ना उपजै, बिन सहजे सहसा ना जाए। क्योंकि आपां सहज एक आम बहुत हल्का शब्द लैंदे हाँ। आपां जिवें अज दा आपां देखदे हाँ, आपां सिक्खां नूं दो श्रेणियां च वंडिया है, एक अमृतधारी सिख, एक सहजधारी सिख। जिहड़ा आम बंदा कोई है तो सिखां दे घर च पैदा होया, लेकिन उसने केस दाड़ी नहीं रखी जां अमृत नहीं छकिया, उसनूं कह दिता जाता है जिहड़ा कि सहजधारी सिख है। ते दूजा जिहड़ा है जिसने अमृत छकिया है, केस दाड़ी रखी है पूरे, उहदे च उहनूं आपां कह दिंदे अमृतधारी सिख। पर जब तक आपां सहजधारी नहीं बनते अमृत प्राप्त ही नहीं होंदा, क्योंकि सहज विच ही अमृत है, चौथे पद विच ही अमृत है, त्रै गुणां दे विच अमृत नहीं है। इस करके सहज तो आपां पैदा होए हाँ सारे ही। जब तक सहज नहीं प्रगट होंदा तो साडे परम खत्म नहीं होंदे। परम ही कदों जदों सहज जावांगे। सहज किवें है? गुर दी किरपा नाल। इहनूं पढ़दे हाँ, कर्मी सहज ना उपजै, बिन सहजे सहसा ना जाए। कहंदे कर्म करन नाल, सिर्फ कर्म करन नाल ही सहज नहीं उपजदा। जब तक सहज नहीं उपजदा, सहज है चौथा पद प्रकाश, उन्नी देर साडा परम नहीं खत्म होंदा। बिन सहजे सहसा ना जाए। सहसा है संशय परम, न जाए सहसा किते संजम रहे कर्म कमाए। कहते जाना ही नहीं हुण किसी तरीके जिन्ना मर्जी कर्म करके जीव देख लिया, नहीं जाता, नहीं प्रगट होता। न जाए सहसा किते संजम रहे कर्म कमाए। सहसा जीव मलीन है, भरम दी ही मैल है, सहसियां दी ही संस्यां दी ही मैल है। कित संजम तोता जाए, फिर तोता किमें जावे मन नूं। सहसे जीव मलीन है, कित संजम तोता जाए। मन तो वो शब्द लागो, हर सोरो चित लाए। कहंदे शब्द दे नाल जुड़ना, ज्ञान दे नाल, गुर दे ज्ञान नाल जुड़ना है। फिर की होगा? गुर प्रसादी सहज उपजै। कह नानक गुर प्रसादी सहज उपजै, ये सहसा ही उपजाए। फिर गुर जदों शब्द नाल जुड़ांगे फिर सहज प्रगट होएगा, फिर साडा परम खत्म होएगा। इस करके सानू समझाया है भी सहजे सहज, सहजे सहजे मिल रहे। सहजे चौथे पद विच जिहड़े जीव चौथे पद विच वासा हो जाता है, जिथे अमृत है उत्थे परम खत्म हो जाता। उत्थे फिर साडा मन उस प्रभु दे विच समा जाता है। जदों समा जाता है तो फिर सानू अमर पद प्राप्त हो जाता है। जदों मन प्रकाश हो जाता है, लिव जुड़ जाती प्रभु दे नाल, अमर पद भी मिल जाती है। तो फिर साडा विछोड़ा नहीं होंदा, फिर साडा जन्म मरण खत्म हो जाता है। सो इस तरीके नाल सानू समझाया है। सो आओ हुण नाल आपां वो अभ्यास करिए। जेकर कोई नवा जीव समझण दी कोशिश करनी है, जिथे सहज प्रगट होना है, जिथे जाके साडे मुख ने उज्जल होना है। जिथे मुख उज्जल हो जाता, सानू प्रकाश अनुभव हो जाता है, होना शुरू हो जाता है, वो सहज है, चौथा पद है। जब तक उस तो विछड़े त्रै गुणी संसार नाल जुड़े हाँ, सिर्फ कुदरत नूं देखते, कादर नूं नहीं देखते, उन्नी देर साडा मन त्रै गुणां दे विच उसनूं धात दा रस्ता गया है। ते जदों सहज प्रगट हो जाता है, लिव जुड़ जाती है नाम दे नाल। लिव की है? दृष्टि, नज़रां साडियां उस प्रभु दे नाल जुड़ जांदियां ने, उसदे दर्शन करदियां हन।
ਉਹ ਫਿਰ ਲਿਵ ਦਾ ਮਾਰਗ ਹੈ। ਸੋ ਆਓ ਹੁਣ ਆਪਾਂ ਨਾਲ ਅਭਿਆਸ ਕਰੀਏ, ਸਮਝੀਏ ਤੇ ਆਪਣੇ ਜੀਵਨ ਨੂੰ ਸਫਲ ਕਰੀਏ, ਤਾਂ ਕਿ ਸਾਨੂੰ ਪਛਤਾਉਣਾ ਨਾ ਪਵੇ। ਅਸੀਂ ਉਸ ਦੇ ਰੰਗ ਨੂੰ ਮਾਣੀਏ, ਹਰੀ ਦੇ ਰੰਗ ਨੂੰ ਮਾਣੀਏ ਤੇ ਉਸ ਰੰਗ ਨੂੰ ਆਪਣੇ ਮਨ ਤੇ ਚਾੜ ਲਈਏ, ਤਾਂ ਕਿ ਸਾਡਾ ਮਨ ਵੀ ਉਸ ਦੇ ਵਿੱਚ ਸਮਾ ਜਾਵੇ ਤੇ ਸਾਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਵੇ। ਕੀ ਕਰਨਾ ਹੈ ਪਿਆਰਿਓ, ਆਪਾਂ ਜੋ ਮਨ ਸਾਡਾ ਹੈ ਨੇਤਰਾਂ ਦੇ ਵਿੱਚ ਹੈ, ਕਿਉਂਕਿ ਨੇਤਰਾਂ ਦੁਆਰਾ ਦੇਖਦਾ ਹੈ, ਜੋ ਦੇਖਦਾ ਹੈ ਉਹ ਇਹਦੇ ਵਿੱਚ ਵਸਦਾ ਜਾਈ ਜਾਂਦਾ ਹੈ। ਜਿਸ ਸੰਸਾਰ ਤੱਕ ਦੇਖਦਾ ਹੈ, ਸੰਸਾਰ ਦੇ ਵਿੱਚ ਵੀ ਚੰਗੇ ਮਾੜੇ ਨੇ, ਉਹ ਜਿਹਾ ਇਹਦੇ ਮਨ ਵਿੱਚ ਵਸ ਜਾਂਦਾ ਹੈ। ਜੇ ਨਿਰੰਕਾਰ ਨੂੰ ਦੇਖਣਾ ਸ਼ੁਰੂ ਕਰ ਦੇਗਾ ਤੇ ਨਿਰੰਕਾਰ ਮਨ ਵਿੱਚ ਵਸ ਜਾਂਦਾ ਹੈ, ਲਿਵ ਜੁੜ ਜਾਂਦੀ। ਹੁਣ ਉਸ ਨਿਰੰਕਾਰ ਨੂੰ ਜਾਣਨ ਦੇ ਵਾਸਤੇ, ਚੌਥੇ ਪਦ ਨੂੰ ਜਾਣਨ ਦੇ ਵਾਸਤੇ, ਲਿਵ ਦੇ ਰਸਤੇ ਤੇ ਚੱਲਣ ਦੇ ਵਾਸਤੇ ਕੀ ਕਰਨਾ ਹੁੰਦਾ? ਆਪਾਂ ਜਿਹੜਾ ਆਪਣੀ ਦ੍ਰਿਸ਼ਟੀ ਹੈ, ਜਿਹੜੀ ਸਾਡੀ ਦ੍ਰਿਸ਼ਟੀ ਏਦਾਂ ਚੱਲ ਰਹੀ ਹੈ, ਇਸ ਦ੍ਰਿਸ਼ਟੀ ਨੂੰ ਆਪਾਂ ਪਹਿਲਾਂ ਤਾਂ ਜਿਹੜੀ ਸਿੱਧੀ ਚੱਲਦੀ ਇਸ ਨੂੰ ਰੋਕਣਾ ਹੈ। ਇਸ ਨੂੰ ਰੋਕ ਕੇ ਇੱਕ ਪੁਆਇੰਟ ਤੇ ਲੈ ਕੇ ਆਉਣਾ, ਦੋਨਾਂ ਦ੍ਰਿਸ਼ਟੀ ਨੂੰ, ਦੋਨਾਂ ਨੇਤਰਾਂ ਦੀ ਦ੍ਰਿਸ਼ਟੀ ਨੂੰ ਇਸ ਪੁਆਇੰਟ ਤੇ ਆਪਾਂ ਫੋਕਸ ਕਰਨਾ ਹੈ। ਇਸ ਪੁਆਇੰਟ ਤੇ ਫੋਕਸ ਕਰਕੇ ਆਪਾਂ ਇਹ ਦੇਖਣਾ ਹੁੰਦਾ ਹੈ ਕਿ ਸਾਨੂੰ ਆਪਣਾ ਨੱਕ ਨਜ਼ਰ ਆਉਂਦਾ ਹੈ ਕਿ ਨਹੀਂ। ਕਿਉਂ ਦੇਖਣਾ? ਕਿਉਂਕਿ ਇੱਥੋਂ ਸਾਨੂੰ ਪਤਾ ਚੱਲੇਗਾ ਕਿ ਸਾਡਾ ਮਨ ਕਿਸ ਅਵਸਥਾ 'ਚ ਵਿਚਰਦਾ ਹੈ, ਸਾਡਾ ਧਿਆਨ ਕਿਸ ਅਵਸਥਾ 'ਚ ਵਿਚਰਦਾ ਹੈ। ਜੇ ਨੱਕ ਨਜ਼ਰ ਆਉਂਦਾ ਹੈ, ਫਿਰ ਅਸੀਂ ਦੋ ਦ੍ਰਿਸ਼ਟੀ ਨਾਲ ਦੇਖ ਰਹੇ ਹਾਂ, ਦੋ ਦ੍ਰਿਸ਼ਟੀ 'ਚ ਦੇਖ ਰਹੇ ਹਾਂ। ਜੇ ਨੱਕ ਨਹੀਂ ਨਜ਼ਰ ਆਉਂਦਾ, ਨੱਕ ਨਹੀਂ ਦਿਸਦਾ ਸਾਨੂੰ, ਫਿਰ ਅਸੀਂ ਇੱਕ ਦ੍ਰਿਸ਼ਟ ਹਾਂ। ਇੱਕ ਦ੍ਰਿਸ਼ਟ ਦੇ ਵਿੱਚ ਸਾਨੂੰ ਇਸ ਪਾਸੇ ਇੱਕ ਹਲਕਾ ਜਿਹਾ ਨੱਕ ਦਿਸ ਸਕਦਾ, ਇੱਕ ਹਲਕੀ ਪਰਛਾਈ ਜੀ ਦਿਸ ਸਕਦੀ ਹੈ ਖੱਬੇ ਪਾਸੇ, ਉੱਥੇ ਅਸੀਂ ਇੱਕ ਦ੍ਰਿਸ਼ਟੀ ਹੁੰਦੇ ਹਾਂ। ਲੇਕਿਨ ਇੱਕ ਹਲਕਾ ਜਿਹਾ, ਇੱਕ ਧੁੰਦਲਾਪਨ ਹੈ, ਇਸ ਦੇਵਤਾ ਵਸਤੂਦੇਵ ਲੋਕ ਹੈ। ਹੁਣ ਆਪਾਂ ਕੀ ਕਰਨਾ ਹੈ? ਆਪਾਂ ਪਹਿਲਾਂ ਮੇਰੇ ਵੱਲ ਦੇਖ ਲਵੋ ਜੇਕਰ ਕੋਈ ਨਵਾਂ ਜੀਵ ਹੈ, ਕਿਉਂਕਿ ਆਪਾਂ ਨੂੰ ਧਿਆਨ ਲਗਾਉਣਾ ਹੈ, ਨਜ਼ਰਾਂ ਦੇ ਨਾਲ ਕਰਨਾ ਹੈ। ਪਹਿਲਾਂ ਇਸ ਪੁਆਇੰਟ ਤੇ ਆਪਾਂ ਇੱਥੇ ਏਦਾਂ ਦੇਖਾਂਗੇ, ਇਹ ਦੇਖਾਂਗੇ ਕਿ ਨੱਕ ਦਿਸਦਾ ਜਾਂ ਨਹੀਂ। ਜੇ ਦਿਸਦਾ, ਕਿਸ ਪਾਸਿਓਂ ਦਿਸਦਾ ਹੈ? ਜਿੱਧਰ ਪਾਸੇ ਸਾਡਾ ਧਿਆਨ ਜ਼ਿਆਦਾ ਹੋਏਗਾ, ਸਾਨੂੰ ਉਸ ਪਾਸਿਓਂ ਨੱਕ ਦਿਸੇਗਾ। ਜੇ ਸਾਡਾ ਧਿਆਨ ਸੱਜੇ ਜ਼ਿਆਦਾ ਹੋਏਗਾ ਤਾਂ ਸਾਨੂੰ ਆਪਣਾ ਨੱਕ ਸੱਜੇ ਪਾਸਿਓਂ ਦਿਖੇਗਾ। ਜਾਂ ਨੱਕ ਨੂੰ ਦੇਖ ਕੇ ਕਿਸ ਪਾਸੇ ਦਿਖਦਾ, ਜੇ ਸੱਜੇ ਪਾਸੇ ਦਿਸਦਾ, ਆਪਾਂ ਸਮਝ ਸਕਦੇ ਕਿ ਸਾਡਾ ਧਿਆਨ ਸਾਰਾ ਸੱਜੇ ਹੈ। ਜੇ ਸਾਨੂੰ ਖੱਬੇ ਪਾਸੇ ਨੱਕ ਦਿਸਦਾ ਹੈ ਤਾਂ ਅਸੀਂ ਸਮਝ ਸਕਦੇ ਸਾਡਾ ਸਾਰਾ ਧਿਆਨ ਖੱਬੇ ਹੈ। ਜੇ ਸਾਨੂੰ ਨੱਕ ਦੋਨੋਂ ਪਾਸਿਓਂ ਨਜ਼ਰ ਆਉਂਦਾ ਹੈ, ਫਿਰ ਆਪਾਂ ਸਮਝ ਸਕਦੇ ਵੀ ਨਾ ਸਾਡਾ ਧਿਆਨ ਜ਼ਿਆਦਾ ਸੱਜੇ ਨਾ ਜ਼ਿਆਦਾ ਖੱਬੇ, ਤੇ ਅਸੀਂ ਵਿਚਾਲੇ ਚੱਲਦੇ ਹਾਂ। ਜੇ ਨੱਕ ਨਜ਼ਰ ਨਹੀਂ ਆਉਂਦਾ, ਜਾਂ ਇਸ ਪਾਸੇ ਇੱਕ ਹਲਕੀ ਜਿਹੀ ਪਰਛਾਈ ਜਿਹੀ ਨਜ਼ਰ ਆਉਂਦੀ ਸਾਨੂੰ, ਸਿਰਫ ਪਰਛਾਵਾਂ ਜਿਹਾ, ਫਿਰ ਆਪਾਂ ਸਮਝ ਸਕਦੇ ਅਸੀਂ ਇੱਕ ਦ੍ਰਿਸ਼ਟ ਹਾਂ। ਤੇ ਜਿਨ੍ਹਾਂ ਨੂੰ ਆਪਣਾ ਨੱਕ ਪ੍ਰਕਾਸ਼ ਨਜ਼ਰ ਆਉਂਦਾ ਹੈ, ਉਹ ਸਮਝ ਸਕਦੇ ਕਿ ਹਾਂ ਹੁਣ ਸਾਡੀ ਲਿਵ ਜੁੜੀ ਹੈ, ਜਿਨ੍ਹਾਂ ਦਾ ਮਨ ਪ੍ਰਕਾਸ਼ ਹੋ ਗਿਆ ਹੈ। ਸੋ ਆਪਾਂ ਹੁਣ ਕੀ ਕਰਾਂਗੇ? ਆਪਾਂ ਕਰਾਂਗੇ ਪਹਿਲਾਂ ਇਸ ਪੁਆਇੰਟ ਤੇ ਦੇਖ ਕੇ ਇਹ ਦੇਖਾਂਗੇ ਕਿ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਦਿਸਦਾ, ਕਿਸ ਪਾਸਿਓਂ ਦਿਸਦਾ, ਸੱਜੇ ਖੱਬੇ ਜਾਂ ਦੋਨੋਂ ਪਾਸੇ, ਇਹਨਾਂ ਆਪਾਂ ਦੇਖਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਸਾਹਮਣੇ ਦੇਖਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਕੀ ਕਰਨਾ ਹੈ? ਪਲਕਾਂ ਉੱਤੇ ਚੁੱਕਦੇ ਆਪਾਂ ਇੱਧਰ ਤੋਂ ਫਿਰ ਇੱਧਰ ਨੂੰ ਚੱਲਣਾ। ਫਿਰ ਇੱਥੋਂ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲਾਇਓ ਵਾਪਸ। ਫਿਰ ਆਪਾਂ ਸਾਹਮਣੇ ਦੇਖਾਂਗੇ। ਫਿਰ ਜਦੋਂ ਮੈਂ ਕਹਾਂਗਾ ਧਿਆਨ ਨੱਕ ਤੇ ਸਮ ਕਰਕੇ ਦੇਖੋ, ਫਿਰ ਆਪਣਾ
इत्थे दृष्टि नूं फोकस करके इस पॉइंट ते आपां फिर देखांगे। फिर ये देखना है जे किसी नक दिसता है, चाहे सज्जे चाहे खब्बे चाहे दोनों पासे, तो फिर वापस आके आपां देखना है। जे सानूं नक दिसनों हट गया उत्थे आपां ये समझ सकते असीं एक दृष्ट हो गए। इस पासे एक हल्की सिर्फ परछाई जी सानूं महसूस होएगी, उत्थे आपां समझदे सी एक दृष्ट हाँ, क्योंकि इस पासे ही जदों आपां अभ्यास करांगे सानूं प्रकाश प्रगट होना, खब्बे पासे ही प्रकाश प्रगट होना है, जोत प्रगट होनी है साडी, जोत ने निर्मल होना है, जिसनों आपां पहचान के इत्थे सारे पहचान करनी है। सो आओ सारे ही अपने ध्यान नूं दृष्टि सम करके अपने आप नूं देखिए कि असीं एक दृष्ट हाँ कि दो दृष्टि च हाँ। जे दो दृष्टि च हाँ, नक ध्यान सज्जे है खब्बे है जां विचाले है, ते जिहड़े रोज दे आउंदे ने उन्हां अपने देखना है कि साडा मन निर्मल है, किते कोई मैल तां नहीं लगी साडी जोत नूं। आओ सारे करके देखिए। सामने लेके आइए ध्यान, सामने देखिए। मस्तक दे सामने लै जो ध्यान, पलकों ते चुक दो। फिर सामने लेके आइए ध्यान। फिर नक ते सम करके देखिए। हुण देखना है जे किसी जीव नूं पहला नक दिसदा सी कि हुण दिसनों हट गया, क्योंकि जदों आपां एक दृष्ट हो गए सानूं नक नहीं नजर आएगा, सिर्फ इस पासे एक हल्का जिहा परछाई जी नजर आ सकदी, बलर जिहा सानूं नजर आ सकदा है। पहला पहला जदों आपां अभ्यास करांगे ते प्रकाश हो जाएगा ते सानूं क्रिस्टल की तरह अपना नक दिसना शुरू होएगा, जिवें शीशा हुंदा है इदां दा आपां नूं अनुभव होएगा। नीचे ले जाइए ध्यान, ध्यान नीचे जो भी अपने जिथे आप बैठे कपड़ा वगैरह विछया है थले अपने तो थोड़ा अगे लै जाना, घट्टो घट्ट 2 फुट 2-2.5 फुट अगे ध्यान लै जाना ते रिलैक्स देखना कपड़े दे उत्ते ते इत्थे सानू एक झिलमिल अनुभव होनी शुरू होएगी। जिमें आपां देखदे जदों हवा चलदी है पानी दे विच, पानी हिलदा है उत्ते, लहरां चलदियां ने बहुत झिलमिल अनुभव होंदे। इदां इत्थे भी सानू इदां अनुभव होएगा जिमें कपड़े दे उत्ते पानी दे लहरां हलचल हो रही, क्योंकि है प्रकाश है थोड़ा पानी की तरह, इस करके सानू एक झिलमिल अनुभव होनी शुरू हो जाती है, जिसनों आप देखी जाना होता।
फिर दृष्टि सम करके अपने आप को देखिए, नख ते फिर सम करके देखिए। फिर ध्यान नीचे ले जाइए, बिल्कुल रिलैक्स। गुरमुख पुछते ने शब्द की है, ये जुगत का जिहड़ा आपां हुण जुगती लाउंदे हां, देखण दा जिहड़ा ज्ञान है कि एक दृष्ट होकर किवें देखना है, इस नूं जुगत क्या है, गुर क्या है, गुर शब्द भी क्या है, गुर दी सिख भी क्या है। क्योंकि एक जुगती है, तरीका है देखण दा। जिवें आपां पहलां देखते हाँ, पहला अपन दो दृष्टि नाल देखते हाँ, एक दृष्ट होकर देखण दा जिहड़ा ज्ञान है, इस ज्ञान नूं गुर शब्द कह देता है, गुर जुगत कह देता है, गुर दी सिख कह देता है, गुर दा उपदेश भी कह देता है। सो इस तरीके नाल आपां प्यार दे नाल करके देखो, अपने आप ही सानू सारा ज्ञान होना शुरू होएगा। पर जोर नहीं लगाना, बिल्कुल रिलैक्स देखना है नीचे। जिन्ना रिलैक्स देखांगे उन्ना ही सानू ज़्यादा अनुभव होएगा। फिर अपने आप को देखिए, दृष्टि सम करके अपने आप को देखिए। नीचे ले जाइए ध्यान फिर।
सामने लेके आइए ध्यान, सामने लेके आइए, बिल्कुल रिलैक्स।
ध्यान सामने लेके आओ प्यारे हो। नीचे ले जाइए ध्यान। और देखे सम करके अपने आप ਨੂੰ, फिर दृष्टि सम करके अपने आप ਨੂੰ देखी। वाहिगुरु जी का खालसा वाहिगुरु जी की फतेह। सो गुरु प्यारिओ, इस तरीके दे नाल आपां जदों अभ्यास करांगे परमेश्वर दे भय दे विच रह के, ते फिर सानू भी उस परमेश्वर दे नाम दा रंग चढ़ेगा। फिर असी भी इस हर थां ते उस मालिक नूं, उस परमेश्वर नूं देख सकांगे, उस दे रंग नूं रब सकांगे, ते फिर अपना जिहड़ा जीवन है सफल होएगा, ते अपने जीवन दा लाह असी खट के जावांगे। क्योंकि दृष्टि नेत्रां दा शिकार है, जिहदे नाल आपां प्रभु नूं पाउंदे हां। भय दे विच रहना, भय की आदेश सलाहिया, नैणी भाव का कर शिकारो, तां सुहागन जाणिया, लागी जा सो तरे प्यारो। सौ इन्नी क विचार करते हैं, बहुत सारिया भुलां हो जांदियां हन। आप संगत सतगुरु जी बख्शण जोग हो, बख्श लैना जी। वाहिगुरु जी का खालसा वाहिगुरु जी की फतेह।